गर्मी ਦੇ ਟੁੱਟਣਗੇ ਰਿਕਾਰਡ। ਸਦੀ ਦੇ ਅੰਤ ਤੱਕ ਤਾਪਮਾਨ ਹੋਵੇਗਾ शिखर ਤੇ। ਕਈ ਇਲਾਕੇ ਨਹੀਂ ਹੋਣਗੇ ਰਹਿਣ ਲਾਇਕ। ਰੋਜ਼ਗਾਰ ਤੇ ਵੀ ਪਵੇਗਾ ਅਸਰ। जिस रफ्तार नाल गर्मी वध रही है उसनूं देख के ही लगता है कि आने वाले समय विच की होवेगा, कि असीं इस धरती ते रह सकांगे या नहीं, या ये कह लईए कि धरती इंसानां दे रहण लायक बचेगी भी या नहीं, क्योंकि तापमान हर दिन रफ्तार फड़दा जा रहा है ते वधदा ही जा रहा है। ते इस वाधे तापमान नूं लैके कुछ अजिहियां रिपोर्ट्स सामने आईयां हन जिसने हर किसी नूं हैरान करके रख दिता, क्योंकि इस वाधे तापमान के कारण न सिर्फ इंसानी शरीर ते असर पवेगा बल्कि नौकरी भी खतरे विच आ सकती है। 80 सालां विच वधेगा बहुत ज़्यादा तापमान। वादी गर्मी ਨੂੰ ਲੈ ਕੇ ਇੱਕ ਅਧਿਐਨ ਕੀਤਾ ਗਿਆ ਤੇ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਨਾਲ ਹਰ ਕੋਈ ਦੰਗ ਰਹਿ ਜਾਏਗਾ। ਦਰਅਸਲ ਅਧਿਐਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ 80 ਸਾਲਾਂ ਵਿੱਚ ਧਰਤੀ ਦਾ ਤਾਪਮਾਨ 2 ਡਿਗਰੀ ਤੋਂ 4.9 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ। ਅਧਿਐਨ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਇਸ ਗੱਲ ਦੀ ਸੰਭਾਵਨਾ ਮਹਿਜ਼ 5% ਹੈ ਕਿ ਧਰਤੀ ਦੇ ਤਾਪਮਾਨ ਵਿੱਚ ਇਸ ਸਦੀ ਦੇ ਅੰਤ ਵਿੱਚ 2 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਦਾ ਵਾਧਾ ਹੋਵੇ, ਪਰ ਇਸ ਗੱਲ ਦੀ ਸੰਭਾਵਨਾ 90% ਹੈ ਕਿ ਇਸ ਸਦੀ ਤੱਕ ਤਾਪਮਾਨ ਵਿੱਚ 2 ਤੋਂ 4.9 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਜ਼ਰੂਰ ਹੋਵੇਗਾ। ਵਧਣਗੀਆਂ ਲੂ ਚੱਲਣ ਦੀਆਂ ਘਟਨਾਵਾਂ। ਕਲਾਈਮੇਟ ਚੇਂਜ ਦੀ ਭਾਰਤ ਦੀ ਪਹਿਲੀ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਕਿਹਾ ਗਿਆ ਕਿ ਸਾਲ 2100 ਤੱਕ ਦੇਸ਼ ਦਾ ਔਸਤਨ ਤਾਪਮਾਨ 4.4 ਡਿਗਰੀ ਸੈਲਸੀਅਸ ਵੱਧ ਜਾਵੇਗਾ ਤੇ ਲੂ ਚੱਲਣ ਦੀਆਂ ਘਟਨਾਵਾਂ 3 ਤੋਂ 4 ਗੁਣਾ ਵੱਧ ਜਾਣਗੀਆਂ। ਉਧਰ ਸਮੁੰਦਰ ਦਾ ਜਲ ਪੱਧਰ ਵੀ 1 ਫੁੱਟ ਵੱਧ ਜਾਵੇਗਾ ਤੇ ਤੂਫਾਨਾਂ ਦੀ ਤੀਬਰਤਾ ਤੇ ਗਿਣਤੀ ਵੀ ਵੱਧ ਜਾਵੇਗੀ। ਇਹ ਵੀ ਕਿਹਾ ਗਿਆ ਹੈ ਕਿ ਗਰਮ ਦਿਨ ਅਤੇ ਗਰਮ ਰਾਤਾਂ ਦੀ ਘਟਨਾ ਦੀ ਆਵ੍ਰਿਤੀ 55% ਅਤੇ 70% ਤੱਕ ਵੱਧ ਜਾਵੇਗੀ। ਭਾਰਤ ਵਿੱਚ ਅਪ੍ਰੈਲ ਜੂਨ ਦੀ ਗਰਮੀ ਦੀ ਲਹਿਰ 21ਵੀਂ ਸਦੀ ਦੇ ਅੰਤ ਤੱਕ 3 ਤੋਂ 4 ਗੁਣਾ ਵੱਧ ਹੋਣ ਦਾ ਅਨੁਮਾਨ ਹੈ। ਰਿਪੋਰਟ ਦੇ ਮੁਤਾਬਿਕ ਜੋ ਵੀ ਸਭ ਤੋਂ ਗਰਮ ਸਾਲ ਰਹੇ ਹਨ ਉਹ ਪਿਛਲੇ 22 ਸਾਲਾਂ ਵਿੱਚ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਧਰਤੀ ਦਾ ਤਾਪਮਾਨ ਹਰ ਸਾਲ ਵੱਧ ਹੀ ਰਿਹਾ ਹੈ। WMO ਦਾ ਅਨੁਮਾਨ ਹੈ ਕਿ ਜੇਕਰ ਇਹ ਟ੍ਰੈਂਡ ਚੱਲਦਾ ਰਿਹਾ ਤਾਂ 2100 ਤੱਕ ਧਰਤੀ ਦਾ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਵੱਧ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਧਰਤੀ ਦੇ ਕਈ ਇਲਾਕਿਆਂ ਵਿੱਚ ਇਨਸਾਨਾਂ ਦਾ ਰਹਿ ਪਾਉਣਾ ਸੌਖਾ ਨਹੀਂ ਹੋਵੇਗਾ। ਇਹਨਾਂ ਸਾਲਾਂ ਨੇ ਤੋੜੇ ਗਰਮੀ ਦੇ ਰਿਕਾਰਡ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 21ਵੀਂ ਸਦੀ ਦੇ ਅੰਤ ਤੱਕ ਭਾਰਤ ਦਾ ਔਸਤਨ ਤਾਪਮਾਨ ਵਧੇਗਾ ਜ਼ਰੂਰ। 1986 ਤੋਂ ਲੈ ਕੇ 2015 ਦੇ ਵਿਚਕਾਰ ਯਾਨੀ 30 ਸਾਲਾਂ ਦੀ ਸਮੇਂ ਸੀਮਾ ਦੇ ਵਿੱਚ ਸਭ ਤੋਂ ਗਰਮ ਦਿਨ ਅਤੇ ਸਭ ਤੋਂ ਗਰਮ ਰਾਤ ਦੇ ਤਾਪਮਾਨ ਵਿੱਚ 0.63 ਡਿਗਰੀ ਸੈਲਸੀਅਸ ਅਤੇ 0.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ। ਭਾਰਤੀ ਮੌਸਮ ਵਿਭਾਗ 1901 ਤੋਂ ਕਲਾਈਮੇਟ ਡਾਟਾ ਰੱਖ ਰਿਹਾ ਹੈ। ਇਸੇ ਸਾਲ ਜਨਵਰੀ ਵਿੱਚ ਮੌਸਮ ਵਿਭਾਗ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ 1901 ਦੇ ਬਾਅਦ 2019 7ਵਾਂ ਅਜਿਹਾ ਸਾਲ ਹੈ ਜੋ ਸਭ ਤੋਂ ਗਰਮ ਰਿਹਾ। 2019 ਵਿੱਚ ਦੇਸ਼ ਦਾ ਤਾਪਮਾਨ 0.36 ਡਿਗਰੀ ਸੈਲਸੀਅਸ ਵੱਧ ਗਿਆ। ਤਾਜੁਬ ਦੀ ਗੱਲ ਇਹ ਵੀ ਹੈ ਕਿ ਜੋ 7 ਸਭ ਤੋਂ ਗਰਮ ਸਾਲ ਰਹੇ ਹਨ ਉਹ ਸਾਰੇ 2009 ਤੋਂ ਲੈ ਕੇ 2019 ਦੇ ਵਿਚਕਾਰ 11 ਸਾਲਾਂ ਵਿੱਚ ਦਰਜ ਕੀਤੇ ਗਏ। ਹੁਣ ਤੱਕ ਸਭ ਤੋਂ ਗਰਮ ਸਾਲ 2016 ਰਿਹਾ ਹੈ। ਉਸ ਸਾਲ ਦੇਸ਼ ਦਾ ਤਾਪਮਾਨ 0.72 ਡਿਗਰੀ ਸੈਲਸੀਅਸ ਵਧਿਆ ਸੀ। ਉਸ ਦੇ ਬਾਅਦ 2009 ਵਿੱਚ 0.56 ਡਿਗਰੀ ਸੈਲਸੀਅਸ ਤਾਪਮਾਨ ਵਧਿਆ ਸੀ। ਕੀ ਰਹਿਣ ਲਾਇਕ ਬਚੇਗੀ ਧਰਤੀ? ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਤਾਪਮਾਨ ਇੰਨਾ ਜ਼ਿਆਦਾ ਵਧੇਗਾ ਤਾਂ ਕੀ ਇਹ ਧਰਤੀ ਇਨਸਾਨਾਂ ਦੇ ਰਹਿਣ ਲਾਇਕ ਬਚੇਗੀ ਜਾਂ ਨਹੀਂ। ਤਾਂ ਤੁਹਾਨੂੰ ਇਸ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਕੋਈ ਵੀ ਥਾਂ ਇਨਸਾਨਾਂ ਦੇ ਰਹਿਣ ਲਾਇਕ ਹੈ ਜਾਂ ਨਹੀਂ ਇਸ ਦਾ ਪਤਾ ਵੈਬ ਬਲਬ ਥਰਮਾਮੀਟਰ ਨਾਲ ਲਗਾਇਆ ਜਾਂਦਾ ਹੈ। ਇਸ ਨਾਲ ਹਵਾ ਦੀ ਨਮੀ ਦਾ ਟੈਂਪਰੇਚਰ ਮਾਪਿਆ ਜਾਂਦਾ ਹੈ। ਮਾਨਵ ਸਰੀਰ ਦਾ ਆਮ ਤਾਪਮਾਨ 98.4 ਡਿਗਰੀ ਫਾਰਨਹਾਈਟ ਜਾਂ 37.5 ਤੋਂ 38.3 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ 38 ਜਾਂ 40 ਡਿਗਰੀ ਸੈਲਸੀਅਸ ਦੇ ਤਾਪਮਾਨ ਤੇ ਤੁਹਾਨੂੰ ਗਰਮੀ ਨਹੀਂ ਲੱਗਣੀ ਚਾਹੀਦੀ। ਅਸਲ ਵਿੱਚ ਸਰੀਰ ਦਾ ਕੋਰ ਤਾਪਮਾਨ ਹੁੰਦਾ ਹੈ, ਯਾਨੀ ਤਵਚਾ ਦੇ ਸਤਰ ਤੇ ਇਸ ਨਾਲੋਂ ਘੱਟ ਤਾਪਮਾਨ ਵੀ ਮਹਿਸੂਸ ਹੋ ਸਕਦਾ ਹੈ। ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ 32 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਹੋਣ ਤੇ ਵੀ ਤੁਸੀਂ ਹਲਕੀ ਗਰਮੀ ਮਹਿਸੂਸ ਕਰਦੇ ਹੋ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ?
ਜਦਕਿ ਤੁਹਾਡੇ ਸਰੀਰ ਦਾ ਤਾਪਮਾਨ ਹੀ ਇਸ ਤੋਂ ਜ਼ਿਆਦਾ ਹੈ। ਹਾਲਾਂਕਿ ਤੁਹਾਡਾ ਸਰੀਰ ਜਦ ਹਵਾ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਹਵਾ ਦਾ ਤਾਪਮਾਨ ਤੁਹਾਡੇ ਸਰੀਰ ਵਿੱਚ ਟ੍ਰਾਂਸਫਰ ਹੁੰਦਾ ਹੈ, ਪਰ ਤੁਹਾਡੇ ਸਰੀਰ ਦਾ ਤਾਪਮਾਨ ਹਵਾ ਵਿੱਚ ਟ੍ਰਾਂਸਫਰ ਨਹੀਂ ਹੁੰਦਾ। ਜਾ ਸਕਦੀਆਂ ਹਨ ਕਰੋੜਾਂ ਨੌਕਰੀਆਂ। ਕਿਹਾ ਜਾ ਰਿਹਾ ਹੈ ਕਿ ਵਧਦੀ ਗਰਮੀ ਨਾਲ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਤੇ ਵੀ ਅਸਰ ਪਵੇਗਾ। ਦਰਅਸਲ ਪਿਛਲੇ ਸਾਲ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਇੱਕ ਰਿਪੋਰਟ ਆਈ ਸੀ। ਇਸ ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ ਗਰਮੀ ਵਧਣ ਦੇ ਕਰਕੇ 2030 ਤੱਕ ਸਾਊਥ ਏਸ਼ੀਆ ਵਿੱਚ 4.3 ਕਰੋੜ ਤੋਂ ਜ਼ਿਆਦਾ ਨੌਕਰੀਆਂ ਖਤਮ ਹੋ ਜਾਣਗੀਆਂ। ਇਸ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ਤੇ ਪਵੇਗਾ, ਕਿਉਂਕਿ 2030 ਤੱਕ ਵਧਦੀ ਗਰਮੀ ਤੋਂ 3.4 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ। ਸਭ ਤੋਂ ਜ਼ਿਆਦਾ ਅਸਰ ਮਜ਼ਦੂਰਾਂ ਤੇ ਪਵੇਗਾ। ILO ਦੀ ਰਿਪੋਰਟ ਮੁਤਾਬਿਕ ਮਜ਼ਦੂਰਾਂ ਨੂੰ ਸਵੇਰੇ 10 ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੰਮ ਕਰਨਾ ਪੈਂਦਾ ਹੈ, ਪਰ ਗਰਮੀ ਦੇ ਕਰਕੇ ਦਿਨ ਵਿੱਚ ਕੰਮ ਕਰਨਾ ਮੁਸ਼ਕਿਲ ਹੋਵੇਗਾ। ਇਸ ਦੇ ਲਈ ਕੰਮ ਦੇ ਘੰਟਿਆਂ ਵਿੱਚ ਕਮੀ ਆਵੇਗੀ ਤੇ ਮਜ਼ਦੂਰਾਂ ਦੀ ਕਮਾਈ ਤੇ ਵੀ ਅਸਰ ਪਵੇਗਾ। ਆਮ ਜ਼ਿੰਦਗੀ ਤੇ ਪਵੇਗਾ ਅਸਰ। ਰਿਪੋਰਟ ਦੇ ਮੁਤਾਬਿਕ ਇਸ ਵਧਦੇ ਤਾਪਮਾਨ ਦਾ ਅਸਰ ਆਮ ਜ਼ਿੰਦਗੀ ਤੇ ਵੀ ਪਵੇਗਾ ਤੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਵੀ ਆਉਣਗੀਆਂ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2050 ਤੱਕ ਹਰ 45 ਵਿੱਚੋਂ ਇੱਕ ਵਿਅਕਤੀ ਇਹਨਾਂ ਕਾਰਨਾਂ ਕਰਕੇ ਮਾਈਗ੍ਰੇਟ ਕਰਨ ਨੂੰ ਮਜਬੂਰ ਹੋਵੇਗਾ। ਇੰਟਰਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਯਾਨੀ IPCC ਦਾ ਅਨੁਮਾਨ ਹੈ ਕਿ ਕਲਾਈਮੇਟ ਚੇਂਜ ਦੇ ਕਰਕੇ 2050 ਤੱਕ 20 ਕਰੋੜ ਲੋਕ ਮਾਈਗ੍ਰੇਸ਼ਨ ਕਰਨਗੇ। ਇਹ ਆંકੜਾ 1 ਅਰਬ ਦੇ ਪਾਰ ਵੀ ਜਾ ਸਕਦਾ ਹੈ। ਅਜਿਹੇ ਲੋਕ ਕਲਾਈਮੇਟ ਚੇਂਜ ਦੇ ਕਾਰਨ ਆਪਣੀ ਥਾਂ ਛੱਡ ਕੇ ਦੂਜੀ ਥਾਂ ਤੇ ਜਾਂਦੇ ਨੇ। ਉਹਨਾਂ ਨੂੰ ਕਲਾਈਮੇਟ ਰਿਫਿਊਜੀ ਜਾਂ ਫਿਰ ਕਲਾਈਮੇਟ ਮਾਈਗ੍ਰੈਂਟਸ ਕਹਿੰਦੇ ਨੇ। ਉਧਰ ਦੇਸ਼ ਦੇ ਵਾਤਾਵਰਣ ਵਿੱਚ ਤੇਜ਼ੀ ਦੇ ਨਾਲ ਹੋ ਰਹੇ ਬਦਲਾਵ ਦਾ ਅਸਰ ਇਕੋਸਿਸਟਮ, ਖੇਤੀ ਦੀ ਉਪਜ, ਤਾਜ਼ਾ ਪਾਣੀ ਦੇ ਸਰੋਤਾਂ ਤੇ ਵੀ ਪਵੇਗਾ। ਨਾਲ ਹੀ ਬੁਨਿਆਦੀ ਢਾਂਚਾ ਵੀ ਨਸ਼ਟ ਹੋਵੇਗਾ। ਇਸ ਦੇ ਨਤੀਜੇ ਵਜੋਂ ਦੇਸ਼ ਦੀ ਜੈਵਿਕ ਵਿਵਿਧਤਾ, ਖਾਣਾ ਪਾਣੀ, ਊਰਜਾ ਸੁਰੱਖਿਆ ਤੇ ਸਿਹਤ ਤੇ ਵੀ ਬੁਰਾ ਅਸਰ ਹੋਵੇਗਾ। ਬਿਊਰੋ ਰਿਪੋਰਟ, ਜਗਬਾਣੀ TV, ਚੰਡੀਗੜ੍ਹ।